गुड मॉर्निंग प्यारे बच्चों। आज आप +2 टैक्सेशन प्रैक्टिस ਦਾ पेपर 3 फंडामेंटल्स ऑफ इनकम टैक्स ਦਾ टॉपिक कर रहे सी। टॉपिक ਦਾ नाम सी रिकवरी ऑफ टैक्स। ਆਪਾਂ ਪਿਛਲੀ ਕਲਾਸ ਵਿੱਚ ਕੀ ਕੀਤਾ, ਆਪਾਂ 2 ਟੌਪਿਕ ਕੀਤੇ ਸੀ। ਆਪਾਂ ਕੀਤੇ ਸੀ ਇੰਟਰੋਡਕਸ਼ਨ, ਮੀਨਿੰਗ ਕੀਤਾ ਸੀ ਮੇਨ ਰਿਕਵਰੀ ਆਫ ਟੈਕਸ ਦਾ, ਅਤੇ ਕਰ ਦੀ ਵਸੂਲੀ ਕਦੋਂ ਕੀਤੀ ਜਾਂਦੀ ਹੈ ਇਹ ਟੌਪਿਕ ਕੀਤਾ ਸੀ। ਅੱਜ ਆਪਾਂ ਨਵਾਂ ਟੌਪਿਕ ਸਟਾਰਟ ਕਰ ਰਹੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਅਸੈਸੀ ਇਨ ਡਿਫੋਲਟ ਜਾਂ ਅਸੈਸੀ ਦਾ ਕਰ ਭੁਗਤਾਨ ਤੋਂ ਚੁੱਕ ਜਾਣਾ। ਜਿਹੜਾ ਮੈਂ ਤੁਹਾਨੂੰ ਹੁਣ ਇਸ ਟੌਪਿਕ ਨੂੰ ਡਿਟੇਲ ਨਾਲ ਸਮਝਾਵਾਂਗੀ। ਇਹ ਟੌਪਿਕ ਬਹੁਤ ਹੀ ਈਜ਼ੀ ਹੈ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਅਗਰ ਕੋਈ ਅਸੈਸੀ ਅਗਰ ਟੈਕਸ ਨੂੰ ਨਹੀਂ ਭਰ ਪਾਉਂਦਾ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਅਸੈਸੀ ਇਨ ਡਿਫੋਲਟ, ਯਾਨੀ ਕਿ ਅਸੈਸੀ ਦਾ ਕਰ ਭੁਗਤਾਨ ਤੋਂ ਚੁੱਕ ਜਾਣਾ। ਠੀਕ ਹੈ ਜੀ। ਜਿਹੜੇ ਬੰਦੇ ਨੇ ਟੈਕਸ ਜਮ੍ਹਾਂ ਨਹੀਂ ਕਰਾਇਆ ਉਹਨੂੰ ਆਪਾਂ ਕਹਾਂਗੇ ਉਹ ਬੰਦਾ ਡਿਫੋਲਟਰ ਹੈਗਾ ਵਾ। ਠੀਕ ਹੈ ਜੀ। ਹੁਣ ਇਹਦੇ 'ਚ ਕੀ ਹੈ, ਅਸੈਸੀ ਦੁਆਰਾ ਆਮਦਨ ਕਰ ਵਿਭਾਗ ਤੋਂ ਅਦਾਇਗੀ ਸੰਬੰਧੀ ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਜਾਂ ਨਿਰਧਾਰਿਤ ਸਮੇਂ ਵਿੱਚ ਭੁਗਤਾਨ ਨਾ ਕਰਨ ਨੂੰ ਭੁਗਤਾਨ ਤੋਂ ਚੂਕ ਮੰਨਿਆ ਜਾਂਦਾ ਹੈ। ਮੈਂ ਤੁਹਾਨੂੰ ਪਿਛਲੀ ਕਲਾਸ ਵਿੱਚ ਕਰਾਇਆ ਸੀ। ਉਹਦੇ 'ਚ ਆਪਾਂ ਕੀ ਕੀਤਾ ਸੀ ਕਿ ਕੀ ਕਰਦਾ ਡਿਪਾਰਟਮੈਂਟ, ਕੀ ਕਰਦਾ ਵੈ, ਅਸੈਸੀ ਨੂੰ ਨੋਟਿਸ ਭੇਜਦਾ ਵੈ। ਨੋਟਿਸ ਦੇ 30 ਦਿਨ ਦੇ ਅੰਦਰ ਉਹਨੂੰ ਟੈਕਸ ਭਰਨਾ ਪੈਂਦਾ ਵੈ, ਜਾਂ ਫਿਰ ਅਗਰ ਟਾਈਮ ਚੇਂਜ ਹੁੰਦਾ ਵੈ, ਟਾਈਮ ਕੌਣ ਚੇਂਜ ਕਰਦਾ, ਜਾਂ ਡਿਪਾਰਟਮੈਂਟ ਕਰਦਾ ਹੈ, ਜਾਂ ਫਿਰ ਅਸੈਸੀ ਕਰਵਾਉਂਦਾ ਵੈ, ਜਾਂ ਫਿਰ ਜਿਹੜਾ ਵੀ ਟਾਈਮ ਹੁੰਦਾ ਵੈ ਉਸ ਟਾਈਮ ਦੇ ਅੰਦਰ ਅਗਰ ਅਸੈਸੀ ਫਿਰ ਵੀ ਟੈਕਸ ਨਹੀਂ ਜਮ੍ਹਾਂ ਕਰਾ ਪਾਉਂਦਾ, ਆਪਾਂ 30 ਦਿਨ ਦਾ ਟਾਈਮ ਦਿੱਤਾ ਜਾਂ ਜਿਹੜਾ ਵੀ ਆਪਾਂ ਟਾਈਮ ਦਿੱਤਾ, ਉਹ ਅਗਰ ਉਸ ਤੋਂ ਬਾਅਦ ਵੀ ਉਹ ਟਾਈਮ ਵੀ ਨਿਕਲ ਜਾਂਦਾ ਹੈ ਅਤੇ ਅਸੈਸੀ ਟੈਕਸ ਨੂੰ ਨਹੀਂ ਜਮ੍ਹਾਂ ਕਰਾਉਂਦਾ, ਉਦੋਂ ਆਪਾਂ ਕੀ ਮੰਨਾਂਗੇ ਕਿ ਭੁਗਤਾਨ ਤੋਂ ਚੂਕ ਗਿਆ। ਕੌਣ ਚੁੱਕ ਗਿਆ? ਅਸੈਸੀ ਚੁੱਕ ਗਿਆ। ਜੇਕਰ ਭੁਗਤਾਨ ਕਿਸ਼ਤਾਂ ਵਿੱਚ ਕੀਤਾ ਜਾਣਾ ਹੈ ਤਾਂ ਇੱਕ ਵੀ ਕਿਸ਼ਤ ਦਾ ਭੁਗਤਾਨ ਜੇ ਸਮੇਂ ਸਿਰ ਨਾ ਹੋਵੇ ਤਾਂ ਅਸੈਸੀ ਨੂੰ ਬਾਕੀ ਸਾਰੀ ਰਕਮ ਲਈ ਭੁਗਤਾਨ ਸੰਬੰਧੀ ਦੋਸ਼ੀ ਮੰਨਿਆ ਜਾਂਦਾ ਵਾ। ਹੁਣ ਕੀ ਹੁੰਦਾ, ਸਪੋਜ਼ ਕਰੋ ਤੁਹਾਡਾ ਟੈਕਸ ਬਹੁਤ ਜ਼ਿਆਦਾ ਵਾ, ਤੁਸੀਂ ਕੀ ਕਹਿੰਦੇ ਹੋ ਕਿ ਦੇਖੋ ਜੀ ਮੈਂ ਇੱਕਦਮ ਤੇ ਸਾਰਾ ਦਾ ਸਾਰਾ ਟੈਕਸ ਜਮ੍ਹਾਂ ਨਹੀਂ ਕਰਵਾ ਸਕਦਾ, ਤੁਸੀਂ ਮੈਨੂੰ ਕਿਸ਼ਤਾਂ ਵਿੱਚ ਟੈਕਸ ਨੂੰ ਜਮ੍ਹਾਂ ਕਰਾਉਣ ਦੀ ਆਗਿਆ ਦਿੱਤੀ ਜਾਵੇ। ਠੀਕ ਹੈ, ਡਿਪਾਰਟਮੈਂਟ ਕਹਿੰਦਾ ਕੋਈ ਗੱਲ ਨਹੀਂ, ਸਾਨੂੰ ਟੈਕਸ ਦਾ ਮਤਲਬ ਹੈ, ਆਪਾਂ ਕੀ ਕਰਦੇ ਹਾਂ, ਤੁਸੀਂ ਸਾਨੂੰ ਕਿਸ਼ਤਾਂ ਵਿੱਚ ਟੈਕਸ ਦੇ ਦਿਓ। ਠੀਕ ਹੈ, ਉਹਦੀਆਂ 10 ਕਿਸ਼ਤਾਂ ਬਣਾਤੀਆਂ। ਉਹਨੇ ਕੀ ਕੀਤਾ, ਅਸੈਸੀ ਦੇ 4 ਕਿਸ਼ਤਾਂ ਤਾਂ ਟਾਈਮ ਸਿਰ ਜਮ੍ਹਾਂ ਕਰਾਈਆਂ, 5ਵੀਂ ਕਿਸ਼ਤ 'ਚ ਕੀ ਹੋ ਗਿਆ, ਉਹ ਕਿਸ਼ਤ ਭਰਨੀ ਚੁੱਕ ਗਿਆ। ਠੀਕ ਹੈ, ਯਾਨੀ ਕਿ ਉਹਨੇ ਟੈਕਸ ਜਮ੍ਹਾਂ ਨਹੀਂ ਕਰਾਇਆ, 5ਵੀਂ ਕਿਸ਼ਤ ਜਮ੍ਹਾਂ ਨਹੀਂ ਕਰਵਾਈ। ਆਪਾਂ ਕੀ ਮੰਨਾਂਗੇ, ਉਹਨੂੰ ਜਿੰਨੀਆਂ ਵੀ ਬਾਕੀ ਕਿਸ਼ਤਾਂ ਹੈਗੀਆਂ ਵੈ ਸਾਰਿਆਂ ਨੂੰ ਕੀ ਮੰਨਿਆ ਜਾਏਗਾ, ਅਸੈਸੀ ਇਨ ਡਿਫੋਲਟ, ਉਹਨੂੰ ਦੋਸ਼ੀ ਮੰਨਿਆ ਜਾਏਗਾ। ਭੁਗਤਾਨ ਸੰਬੰਧੀ ਚੂਕ ਕਰਨ 'ਤੇ ਅਸੈਸੀ ਨੂੰ ਦੇਰੀ ਨਾਲ ਭੁਗਤਾਨ ਕਾਰਨ ਹਰ ਇੱਕ ਪੂਰੇ ਮਹੀਨੇ ਜਾਂ ਮਹੀਨੇ ਦੇ ਹਿੱਸੇ ਲਈ 1.5% ਪ੍ਰਤੀ ਮਹੀਨਾ ਦੀ ਦਰ ਨਾਲ ਵਿਆਜ ਦੇਣਾ ਪਵੇਗਾ। ਹੁਣ ਇਹਦੇ 'ਚ ਕੀ ਆ ਗਿਆ, ਹੁਣ ਟਾਈਮ ਦਿੱਤਾ, ਅਸੈਸੀ ਨੇ ਟਾਈਮ ਸਿਰ ਟੈਕਸ ਨਹੀਂ ਜਮ੍ਹਾਂ ਕਰਾਇਆ, ਹੁਣ ਜਿੰਨੀ ਦੇਰੀ ਹੁੰਦੀ ਜਾਏਗੀ, ਅਗਰ ਉਹ ਹਰ ਮਹੀਨੇ ਜਾਂ ਮਹੀਨੇ ਦਾ ਪਾਰਟ, ਯਾਨੀ ਕਿ ਸਪੋਜ਼ ਕਰੋ ਉਹਨੂੰ ਕਿੰਨਾ ਕੀ ਕਹਿੰਦੇ ਆ ਵਿਆਜ ਭਰਨਾ ਪਏਗਾ, 1.5% ਪਰ ਮੰਥ। ਅਗਰ 1.5% ਪਰ ਮੰਥ ਹੈ ਅਤੇ ਸਾਲ ਦਾ 1.5% ਨੂੰ ਅਗਰ ਆਪਾਂ 12 ਨਾਲ ਮਲਟੀਪਲਾਈ ਕਰਾਂਗੇ ਤਾਂ ਉਹ 18% ਸਾਲ ਦਾ ਬਣਦਾ ਹੈ। ਠੀਕ ਹੈ, ਹੁਣ ਇਹਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਲੈ ਕੇ ਚੱਲਦੇ ਹਾਂ। ਸਪੋਜ਼ ਕਰੋ ਇੱਕ ਮਿਸਟਰ ਏ ਹੈ ਅਸੈਸੀ। ਠੀਕ ਹੈ ਜੀ, ਮਿਸਟਰ ਏ ਨੇ 1 ਲੱਖ ਰੁਪਈਆ ਟੈਕਸ ਭਰਨਾ ਸੀ। ਠੀਕ ਹੈ, 1 ਲੱਖ ਰੁਪਈਆ ਟੈਕਸ ਭਰਨਾ ਸੀ, ਉਹਨੇ ਭਰਨਾ ਸੀ 30 ਜੂਨ ਤੱਕ। ਠੀਕ ਹੈ, ਉਹ 30 ਜੂਨ ਤੱਕ ਟੈਕਸ ਭਰਨਾ ਭੁੱਲ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੋਇਆ, ਉਹਨੇ ਜਾ ਕੇ ਕੀ ਕਹਿੰਦੇ ਆ ਜੁਲਾਈ ਦਾ ਮਹੀਨਾ ਵੀ ਨਹੀਂ ਭਰਿਆ, ਅਗਸਤ ਦੀ 15 ਤਰੀਕ ਨੂੰ ਜਾ ਕੇ ਕੀ ਕਹਿੰਦੇ ਟੈਕਸ ਭਰਿਆ। ਠੀਕ ਹੈ, ਹੁਣ ਕੀ ਹੋਇਆ, ਜੁਲਾਈ ਦਾ ਮਹੀਨਾ 1.5%, ਹੁਣ ਅਗਸਤ ਦਾ ਮਹੀਨਾ ਵੀ ਚਾਹੇ ਉਹਨੇ 15 ਦਿਨ ਦੇ ਅੰਦਰ ਭਰ ਦਿੱਤਾ ਟੈਕਸ। ਠੀਕ ਹੈ ਜੀ, 15 ਦਿਨ ਦੇ ਅੰਦਰ ਉਹਨੇ ਭਾਵੇਂ ਟੈਕਸ ਭਰਿਆ ਹੋਇਆ, ਲੇਕਿਨ ਉਹਨੂੰ ਵਿਆਜ ਪੂਰੇ ਮਹੀਨੇ ਦੀ ਪਏਗੀ। ਉਹ ਇਹ ਨਹੀਂ ਕਹਿ ਸਕਦਾ ਜੀ ਕਿ ਨਹੀਂ ਜੀ ਮੈਂ ਤਾਂ 15 ਦਿਨ ਦੇ ਅੰਦਰ ਭਰਤਾ, ਮੈਨੂੰ ਅੱਧੇ ਮਹੀਨੇ ਦੀ ਵਿਆਜ ਲਾਓ। ਨਹੀਂ, ਅਗਰ ਤੁਸੀਂ ਜਿਵੇਂ ਸਪੋਜ਼ ਕਰੋ 1 ਅਗਸਤ ਜਾਂ 2 ਅਗਸਤ, ਠੀਕ ਹੈ, 1 ਦਿਨ ਜਾਂ 2 ਦਿਨ ਵੀ ਮਹੀਨੇ ਦੇ ਵਿੱਚ ਭਰ ਦਿੰਦੇ ਹੋ, ਤੁਹਾਨੂੰ ਵਿਆਜ ਪੂਰੇ ਮਹੀਨੇ ਦੀ ਹੀ ਲੱਗੇਗੀ। ਠੀਕ ਹੈ ਜੀ, ਯਾਨੀ ਕਿ ਭਾਵੇਂ ਤੁਸੀਂ ਪੂਰੇ ਮਹੀਨੇ 'ਚ ਪੇਮੈਂਟ ਕਰੋ, ਭਾਵੇਂ ਤੁਸੀਂ ਅੱਧੇ ਮਹੀਨੇ 'ਚ ਕਰੋ, ਭਾਵੇਂ ਤੁਸੀਂ 2 ਦਿਨ 'ਚ ਕਰੋ, ਵਿਆਜ ਤੁਹਾਨੂੰ ਪੂਰੇ ਦੇ ਪੂਰੇ ਮਹੀਨੇ ਦੀ ਲੱਗਣੀ ਹੈ। ਅਤੇ ਕਿੰਨੀ ਵਿਆਜ ਲੱਗਣੀ ਹੈ, 1.5% ਪਰ ਮੰਥ। ਠੀਕ ਹੈ ਜੀ, ਅਗਰ 1.5% ਪਰ ਮੰਥ ਹੈ ਅਤੇ ਸਾਲ ਦੀ ਕਿਵੇਂ ਕੱਢਾਂਗੇ, ਸਾਲ ਦੀ ਕੱਢਾਂਗੇ 1.5% ਮਲਟੀਪਲਾਈ ਬਾਈ 12 = 18% ਸਾਲ ਦਾ। ਠੀਕ ਹੈ ਬੇਟਾ, ਇਹਨੂੰ ਆਪਾਂ ਕੀ ਕਹਾਂਗੇ, ਟੌਪਿਕ ਨੂੰ ਅਸੈਸੀ ਇਨ ਡਿਫੋਲਟ। ਹੁਣ ਅਗਲਾ ਟੌਪਿਕ ਹੈਗਾ ਵੈ
ਮੋਡਸ ਆਫ ਰਿਕਵਰੀ ਆਫ ਟੈਕਸ, ਯਾਨੀ ਕਿ ਆਪਾਂ ਕਰ ਦੀ ਵਸੂਲੀ ਕਿਹੜੇ ਢੰਗਾਂ ਨਾਲ ਕਰ ਸਕਦੇ ਹਾਂ। ਮਤਲਬ ਕਿ ਜਿਹੜਾ ਅਧਿਕਾਰੀ ਹੈ ਉਹ ਅਸੈਸੀ ਦੀ ਟੈਕਸ ਨੂੰ ਰਿਕਵਰ ਕਰਨ ਵਾਸਤੇ ਕੀ ਕਰ ਸਕਦਾ ਹੈ। ਠੀਕ ਹੈ ਜੀ। ਅਸੈਸੀ ਦੇ ਸਮੇਂ ਸਿਰ ਭੁਗਤਾਨ ਨਾ ਕਰਨ 'ਤੇ ਕਰ ਦੀ ਵਸੂਲੀ ਲਈ ਹੇਠ ਲਿਖੇ ਢੰਗ ਵਰਤੇ ਜਾਂਦੇ ਹਨ। ਪਹਿਲਾ, ਪ੍ਰਮਾਣ ਪੱਤਰ ਜਾਰੀ ਹੋਣ 'ਤੇ, ਇਨ ਕੇਸ ਆਫ ਇਸ਼ੂ ਆਫ ਸਰਟੀਫਿਕੇਟ। ਠੀਕ ਹੈ। ਕਰ ਵਸੂਲੀ ਅਧਿਕਾਰੀ ਪ੍ਰਮਾਣ ਪੱਤਰ ਜਾਰੀ ਕਰਦਾ ਹੈ ਜਿਸ ਵਿੱਚ ਅਸੈਸੀ ਤੋਂ ਪ੍ਰਾਪਤੀਯੋਗ ਰਕਮ ਲਿਖੀ ਜਾਂਦੀ ਹੈ ਅਤੇ ਉਹ ਰਕਮ ਪ੍ਰਾਪਤ ਕਰਨ ਲਈ ਦੂਜੇ ਸ਼ਡਿਊਲ ਦੀਆਂ ਸ਼ਰਤਾਂ ਅਨੁਸਾਰ ਹੇਠ ਲਿਖੇ ਢੰਗਾਂ ਵਿੱਚੋਂ ਕਿਸੇ ਵੀ ਢੰਗ ਦੀ ਵਰਤੋਂ ਕਰ ਸਕਦਾ ਵਾ। ਠੀਕ ਹੈ। ਯਾਨੀ ਕਿ ਅਗਰ ਹੁਣ ਉਹ ਕੀ ਕਵੇ, ਅਗਰ ਕੋਈ ਪ੍ਰਮਾਣ ਪੱਤਰ ਜਾਰੀ ਕਰਦਾ ਵਾ, ਉਹ ਕਹਿੰਦਾ ਜੀ ਹੁਣ ਇਹ ਤਰੀਕੇ ਹੈਗਾ, ਉਹ ਪਹਿਲੇ ਲਿਖਦਾ ਵੈ ਕਿ ਤੁਸੀਂ ਇੰਨਾ ਟੈਕਸ ਦੇਣਾ ਵੈ, ਅਤੇ ਹੁਣ ਅਗਰ ਤੁਸੀਂ ਟੈਕਸ ਨਹੀਂ ਜਮ੍ਹਾਂ ਕਰਾਉਂਦੇ ਤਾਂ ਸਾਨੂੰ ਇਹ ਤਰੀਕੇ ਆਪਟ ਕਰਨੇ ਪੈਣਗੇ। ਪਹਿਲਾਂ ਕੀ ਹੈਗਾ ਵੈ ਕਿ ਅਸੈਸੀ ਦੀ ਚੱਲ ਸੰਪੱਤੀ ਦੀ ਨਿਲਾਮੀ ਜਾਂ ਵਿਕਰੀ ਕਰਕੇ ਉਹ ਕੀ ਕਰ ਸਕਦਾ ਵੈ, ਜਿਹੜਾ ਅਸੈਸੀ ਹੈ ਉਹਦੇ ਕੋਲ ਜਿੰਨੀ ਵੀ ਪ੍ਰੋਪਰਟੀ ਪਈ ਹੋਈ ਆ, ਠੀਕ ਹੈ ਜੀ। ਅਸੈਸੀ ਦੀ ਮੂਵੇਬਲ ਪ੍ਰੋਪਰਟੀ ਕਿਹੜੀ ਹੁੰਦੀ ਹੈ, ਜਿਹੜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦੀ ਹੈ, ਉਹਦੀ ਜਾਂ ਨਿਲਾਮੀ ਕਰ ਦੇਣਗੇ ਜਾਂ ਉਹਨੂੰ ਵੇਚ ਦੇਣਗੇ। ਦੂਸਰਾ ਪੁਆਇੰਟ ਕੀ ਹੈ, ਅਸੈਸੀ ਦੀ ਅਚਲ ਸੰਪੱਤੀ ਦੀ ਨਿਲਾਮੀ ਜਾਂ ਵਿਕਰੀ ਕਰਕੇ, ਯਾਨੀ ਕਿ ਪਹਿਲੇ ਆਪਾਂ ਮੂਵੇਬਲ ਪ੍ਰੋਪਰਟੀ ਵੇਚੀ ਹੈ, ਹੁਣ ਆਪਾਂ ਇਮੂਵੇਬਲ ਪ੍ਰੋਪਰਟੀ ਕਿਹੜੀ ਹੁੰਦੀ ਹੈ, ਜਿਹਨੂੰ ਆਪਾਂ ਹਿਲਾ ਨਹੀਂ ਸਕਦੇ। ਠੀਕ ਹੈ। ਮੂਵੇਬਲ ਪ੍ਰੋਪਰਟੀ 'ਚ ਕੀ ਹੋ ਗਿਆ, ਜਿਵੇਂ ਕਾਰ, ਸਕੂਟਰ, ਇਹ ਸਾਰੀਆਂ ਕੀ ਹੋ ਗਈਆਂ, ਤੁਹਾਡੀ ਜਿਹੜਾ ਫਰਨੀਚਰ, ਇਹ ਸਾਰੀ ਚੀਜ਼ਾਂ ਆਪਾਂ ਹਿਲਾ ਸਕਦੇ ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਉਹ ਸਾਡਾ ਕੀ ਹੋ ਜਾਂਦਾ ਵਾ, ਮੂਵੇਬਲ ਪ੍ਰੋਪਰਟੀ। ਇਮੂਵੇਬਲ ਪ੍ਰੋਪਰਟੀ ਕਿਹੜੀ ਹੁੰਦੀ ਹੈ, ਜਿਹਨੂੰ ਆਪਾਂ ਹਿਲਾ ਨਹੀਂ ਸਕਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਿੱਚ, ਜਿਵੇਂ ਕਿ ਸਾਡੀ ਲੈਂਡ, ਬਿਲਡਿੰਗ, ਉਹਨਾਂ ਨੂੰ ਵੇਚ ਕੇ ਆਪਾਂ ਆਪਣਾ ਟੈਕਸ ਰਿਕਵਰ ਕਰ ਸਕਦੇ ਹਾਂ। ਅਸੈਸੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਕੈਦ ਕਰਕੇ। ਠੀਕ ਹੈ ਜੀ। ਨਹੀਂ ਬੰਦਾ ਪੱਕਾ ਢੀਠ ਹੈਗਾ ਵਾ, ਚਲੋ ਚੱਕੋ ਜੀ ਉਹਨੂੰ, ਅਸੈਸੀ ਨੂੰ, ਅਤੇ ਪਾ ਦਿਓ ਜੇਲ੍ਹ ਵਿੱਚ। ਠੀਕ ਹੈ ਜੀ। ਫਿਰ ਚੌਥਾ ਪੁਆਇੰਟ ਹੈ, ਅਸੈਸੀ ਦੀ ਚੱਲ ਅਤੇ ਅਚਲ ਸੰਪੱਤੀਆਂ ਦੇ ਪ੍ਰਬੰਧ ਲਈ ਰਿਸੀਵਰ ਦੀ ਨਿਯੁਕਤੀ ਕਰਕੇ। ਹੁਣ ਆਪਾਂ ਕੀ ਕਰਦੇ ਹਾਂ, ਗਵਰਨਮੈਂਟ ਕੀ ਕਰਦੀ ਹੈ, ਇੱਕ ਰਿਸੀਵਰ ਅਪੁਆਇੰਟ ਕਰ ਦਿੰਦੀ ਹੈ। ਠੀਕ ਹੈ ਜੀ। ਕੀ ਕਰਦੀ ਹੈ, ਇੱਕ ਰਿਸੀਵਰ ਅਪੁਆਇੰਟ ਕਰ ਦਿੰਦੀ ਹੈ। ਹੁਣ ਗਵਰਨਮੈਂਟ ਵੀ ਕੀ ਕਰੇਗੀ, ਇੱਕ ਬੰਦਾ ਅਪੁਆਇੰਟ ਕਰਤਾ, ਗਵਰਨਮੈਂਟ ਕੋਲ ਇੰਨਾ ਟਾਈਮ ਤਾਂ ਹੈ ਨਹੀਂ, ਹੁਣ ਆਪ ਜਾਏਗੀ ਵੇਚਣ, ਉਹ ਨਾ ਇੱਕ ਬੰਦੇ ਦੀ ਡਿਊਟੀ ਲਾ ਦਿੰਦੀ ਹੈ, ਤੂੰ ਹੀ ਸਾਰਾ ਕੁਛ, ਉਹਦੀ ਭਾਵੇਂ ਮੂਵੇਬਲ ਪ੍ਰੋਪਰਟੀ ਹੈ, ਭਾਵੇਂ ਉਹਦੀ ਇਮੂਵੇਬਲ ਪ੍ਰੋਪਰਟੀ ਹੈ, ਸਾਰਾ ਕੁਛ ਵੇਚ ਵੂਚ ਕੇ ਸਾਨੂੰ ਸਿਰਫ ਟੈਕਸ ਦੇ ਦੇ, ਬਾਕੀ ਜੋ ਪੈਸਾ ਬਚਦਾ ਹੋਏਗਾ ਉਹਨੂੰ ਵਾਪਸ ਕਰਦੀ। ਇਹ ਸੀ ਸਾਡੇ ਮੋਡਸ ਆਫ ਰਿਕਵਰੀ ਆਫ ਟੈਕਸ। ਹੁਣ ਸਾਡਾ ਜਿਹੜਾ ਅਗਲਾ ਟੌਪਿਕ ਹੈ ਸਾਡਾ ਕਰ ਵਸੂਲੀ ਦੇ ਹੋਰ ਵਿਧੀਆਂ। ਠੀਕ ਹੈ ਜੀ। ਹੁਣ ਅਦਰ ਮੋਡਸ ਆਫ ਰਿਕਵਰੀ ਆਫ ਟੈਕਸ, ਯਾਨੀ ਕਿ ਇਹ ਚੀਜ਼ਾਂ ਤਾਂ ਹੋ ਗਈਆਂ ਕਿ ਠੀਕ ਆਪਾਂ ਉਹਦੀ ਪ੍ਰੋਪਰਟੀ ਵਗੈਰਾ ਵੇਚਤੀ, ਉਹਨੂੰ ਜੇਲ੍ਹ ਵਿੱਚ ਪਾ ਤਾ। ਇਸ ਤੋਂ ਇਲਾਵਾ ਹੋਰ ਕਿਹੜੇ ਤਰੀਕੇ ਹੈਗੇ ਹੈ ਜਿਹਦੇ ਰਾਹੀਂ ਆਪਾਂ ਕੀ ਕਰ ਸਕਦੇ ਹਾਂ, ਆਪਾਂ ਜਿਹੜੀ ਗਵਰਨਮੈਂਟ ਹੈ, ਜਿਹੜੀ ਡਿਪਾਰਟਮੈਂਟ ਹੈ, ਉਹ ਟੈਕਸ ਨੂੰ ਕਢਵਾ ਸਕਦੀ ਹੈ ਅਸੈਸੀ ਤੋਂ। ਪਹਿਲਾ ਹੈਗਾ ਵਾ ਤਨਖਾਹ ਵਿੱਚੋਂ ਕਟੌਤੀ। ਇਹਦਾ ਪੁਆਇੰਟ ਬਹੁਤ ਹੀ ਸਿੰਪਲ ਹੈ। ਦੇਖੋ ਹੁੰਦਾ ਕੀ ਹੈ, ਸਪੋਜ਼ ਕਰੋ ਮੈਂ ਹੈਗੀ ਹਾਂ, ਮੈਂ ਕੀ ਕੀਤਾ, ਮੇਰਾ ਟੈਕਸ ਬਣਦਾ ਸੀ 20,000 ਰੁਪਇਆ, ਮੈਂ ਨਹੀਂ ਜਮ੍ਹਾਂ ਕਰਾਇਆ। ਠੀਕ ਹੈ। ਮੈਨੂੰ ਤਨਖਾਹ ਮਿਲਦੀ ਹੈ। ਠੀਕ ਹੈ। ਡਿਪਾਰਟਮੈਂਟ ਕੀ ਕਰਦਾ ਵਾ, ਮੇਰੇ ਇੰਪਲੋਇਰ ਨੂੰ ਕਹਿ ਦਿੰਦਾ ਵਾ ਕਿ ਜਦੋਂ ਵੀ ਤੁਸੀਂ ਇਹਨੂੰ ਤਨਖਾਹ ਦੇਣੀ ਹੈ, ਇਹਦਾ ਟੈਕਸ ਕੱਟ ਕੇ ਫਿਰ ਤਨਖਾਹ ਦੇਣੀ ਹੈ। ਮੋਸਟਲੀ ਹੁੰਦਾ ਕੀ ਹੈ, ਜਿੰਨੇ ਵੀ ਲੋਕਾਂ ਨੂੰ ਤਨਖਾਹ ਮਿਲਦੀ ਹੈ, ਆਪਾਂ ਕਹਿੰਦੇ ਹਾਂ ਨਾ ਇਹਨਾਂ ਨੂੰ ਲੋਕਾਂ ਨੂੰ ਤਨਖਾਹ ਮਿਲਦੀ ਹੈ ਕੱਟ ਕੇ ਵਿੱਚ ਦੋ ਚੀਜ਼ਾਂ ਕੱਟੀਆਂ ਹੁੰਦੀਆਂ ਵਾ, ਇੱਕ ਇਹਨਾਂ ਦਾ GPF ਕੱਟਿਆ ਹੁੰਦਾ ਵਾ ਅਤੇ ਦੂਸਰਾ ਇਹਨਾਂ ਦਾ ਟੈਕਸ ਕੱਟਿਆ ਹੁੰਦਾ ਵਾ। ਗਵਰਨਮੈਂਟ ਕੀ ਕਰੇਗੀ, ਜਿਹੜਾ ਡਿਪਾਰਟਮੈਂਟ ਮੈਨੂੰ ਤਾਂ ਕੁਛ ਨਹੀਂ ਕਹੇਗੀ। ਠੀਕ ਹੈ। ਕਿਉਂਕਿ ਮੈਂ ਤਾਂ ਢੀਠ ਹਾਂ, ਮੈਂ ਟੈਕਸ ਜਮ੍ਹਾਂ ਕਰਾਉਂਦੀ ਨਹੀਂ ਪਈ। ਠੀਕ ਹੈ ਨਾ। ਅਤੇ ਉਹ ਕੀ ਕਰੇਗੀ, ਉਹ ਮੇਰੇ ਇੰਪਲੋਇਰ ਨੂੰ ਨੋਟਿਸ ਭੇਜ ਦੇਗੀ ਜਾਂ ਮੇਰੇ ਇੰਪਲੋਇਰ ਨੂੰ ਕਹਿ ਦੇਗੀ ਜਾ ਕੇ ਕਿ ਤੁਸੀਂ ਇਹਦਾ ਜਿਹੜਾ ਵੀ ਸੈਲਰੀ ਦੇਣੀ ਹੈ, ਅਗਲੀ ਤਨਖਾਹ ਦੇਣੀ ਹੈ, ਠੀਕ ਹੈ, ਤੁਸੀਂ ਕੀ ਕਰਨਾ ਵਾ, ਪਹਿਲੇ ਜਿੰਨਾ ਸਾਡਾ ਟੈਕਸ ਬਣਦਾ ਵਾ ਉਹਦੀ ਕਟੌਤੀ ਕਰ ਲਓ। ਠੀਕ ਹੈ। ਉਹ ਕੱਟਣ ਤੋਂ ਬਾਅਦ ਜਿੰਨੀ ਉਹਦੀ ਸੈਲਰੀ ਬਚੇਗੀ ਉਹ ਵਾਪਿਸ ਕਰਨੀ ਹੈ। ਠੀਕ ਹੈ ਜੀ। ਇਹ ਹੋ ਗਿਆ ਪਹਿਲਾ ਤਰੀਕਾ। ਇਹਦੇ 'ਚ ਦੇਖੋ ਕੀ ਲਿਖਿਆ ਹੋਇਆ, ਜੇਕਰ ਅਸੈਸੀ ਨੌਕਰੀ ਕਰਦਾ ਹੈ ਤਾਂ ਕਰ ਨਿਰਧਾਰਨ ਅਧਿਕਾਰੀ ਧਾਰਾ 226 ਦੇ ਅਨੁਸਾਰ ਉਸਦੇ ਮਾਲਕ ਨੂੰ ਇਹ ਨੋਟਿਸ ਦੇ ਸਕਦਾ ਹੈ ਕਿ ਅਸੈਸੀ ਜੋ ਕਿ ਉਸ ਕੋਲ ਨੌਕਰੀ ਕਰਦਾ ਵਾ, ਯਾਨੀ ਕਿ ਕੀ ਹੋ ਗਿਆ, ਮੇਰਾ ਇੰਪਲੋਇਰ ਨੂੰ ਨੋਟਿਸ ਜਾਂਦਾ ਹੈ, ਮੈਂ ਕੌਣ ਹੋ ਗਈ, ਇੰਪਲੋਈ, ਕਿਉਂਕਿ ਉਹਦੇ ਕੋਲ ਨੌਕਰੀ ਕਰ ਰਹੀ ਹਾਂ, ਨੂੰ ਕੋਈ ਵੀ ਭੁਗਤਾਨ ਕਰਨ ਤੋਂ ਪਹਿਲਾਂ ਕਰ ਦੀ ਵਸੂਲੀ ਕਰੇ, ਯਾਨੀ ਕਿ ਮੈਨੂੰ ਕੋਈ ਵੀ ਪੇਮੈਂਟ ਕਰਨ ਤੋਂ ਪਹਿਲਾਂ ਟੈਕਸ ਉਹਦੇ ਵਿੱਚੋਂ ਕੱਟ ਲਵੇ। ਮਾਲਕ ਨੂੰ ਇਸ ਤਰ੍ਹਾਂ ਕਟੌਤੀ ਦੇ ਰੂਪ ਵਿੱਚ ਪ੍ਰਾਪਤ ਰਕਮ ਨੂੰ ਮਿੱਥੇ ਸਮੇਂ ਵਿੱਚ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਹੁੰਦਾ ਹੈ। ਹੁਣ ਕੀ ਹੋਇਆ, ਉਹਨੇ ਮੇਰਾ ਇੰਪਲੋਇਰ ਹੈ, ਉਹਨੇ ਕੀ ਕੀਤਾ, ਟੈਕਸ ਕੱਟ ਲਿਆ। ਹੁਣ ਉਹਦੀ ਡਿਊਟੀ ਕੀ ਬਣਦੀ ਆ, ਉਹਦੀ ਡਿਊਟੀ ਬਣਦੀ ਹੈ ਕਿ ਜਿੰਨਾ ਵੀ ਟੈਕਸ ਉਹਨਾਂ ਨੇ ਮੇਰੀ ਸੈਲਰੀ ਵਿੱਚੋਂ ਕੱਟਿਆ ਹੋਇਆ ਉਹਨੂੰ ਸਰਕਾਰੀ ਖਜ਼ਾਨੇ ਵਿੱਚ
ਜਮ੍ਹਾਂ ਕਰਵਾਉਣਾ ਹੈ। ਪਰ ਕੋਰਟ ਦੇ ਕਿਸੇ ਫੈਸਲੇ ਕਾਰਨ ਜੇ ਤਨਖਾਹ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਕਟੌਤੀ 'ਤੇ ਰੋਕ ਲੱਗੀ ਹੈ ਤਾਂ ਇਹ ਕਟੌਤੀ ਨਹੀਂ ਕੀਤੀ ਜਾ ਸਕਦੀ, ਠੀਕ ਹੈ। ਲੇਕਿਨ ਅਗਰ ਸਪੋਜ਼ ਕਰੋ ਕਿ ਇਹਦੇ ਵਿੱਚ ਕੋਰਟ ਵਿੱਚ ਆਈ ਹੋਈ ਆ, ਕੋਰਟ ਕਹਿੰਦੀ ਹੈ ਕਿ ਇਸ ਬੰਦੇ ਨੂੰ ਪੂਰੀ ਦੀ ਪੂਰੀ ਸੈਲਰੀ ਦੇਣੀ ਹੈ, ਤੁਸੀਂ ਕੋਈ ਕਟੌਤੀ ਨਹੀਂ ਕਰ ਸਕਦੇ, ਫਿਰ ਮੇਰਾ ਇੰਪਲੋਇਰ ਕੀ ਕਰੇਗਾ, ਮੇਰੀ ਸੈਲਰੀ ਵਿੱਚੋਂ ਉਹ ਵਾਲੀ ਰਕਮ ਟੈਕਸ ਦੀ ਨਹੀਂ ਕੱਟ ਸਕਦਾ, ਠੀਕ ਹੈ। ਪਹਿਲੇ ਕੀ ਹੋਏਗਾ, ਉਹ ਟੈਕਸ ਕੱਟੇਗਾ, ਟੈਕਸ ਕੱਟ ਕੇ ਉਹਦਾ ਕੰਮ ਕੀ ਹੋਏਗਾ, ਸਰਕਾਰੀ ਖਜ਼ਾਨੇ ਵਿੱਚ ਟੈਕਸ ਜਮ੍ਹਾਂ ਕਰਾ ਦੇਣਾ। ਲੇਕਿਨ ਅਗਰ ਕੋਰਟ ਨੇ ਪਹਿਲੇ ਹੀ ਆਰਡਰ ਦਿੱਤਾ ਹੋਇਆ ਹੈ ਕਿ ਇਸ ਬੰਦੇ ਦੀ ਸੈਲਰੀ ਵਿੱਚੋਂ ਕੋਈ ਵੀ ਟੈਕਸ ਨਹੀਂ ਕੱਟਿਆ ਜਾ ਸਕਦਾ, ਠੀਕ ਹੈ, ਜਾਂ ਕੋਈ ਵੀ ਰਕਮ ਨਹੀਂ ਕੱਟੀ ਜਾ ਸਕਦੀ, ਫਿਰ ਆਪਾਂ ਕੀ ਕਰਾਂਗੇ, ਫਿਰ ਜਿਹੜਾ ਮੇਰਾ ਇੰਪਲੋਇਰ ਹੋਏਗਾ ਉਹ ਮੇਰੀ ਸੈਲਰੀ ਵਿੱਚੋਂ ਕੋਈ ਵੀ ਰਕਮ ਨਹੀਂ ਕੱਟ ਸਕਦਾ, ਠੀਕ ਹੈ ਜੀ। ਦੂਸਰਾ ਪੁਆਇੰਟ ਹੈ ਅਸੈਸੀ ਦੇ ਦੇਣਦਾਰਾਂ ਤੋਂ ਵਸੂਲੀ। ਇਹ ਪੁਆਇੰਟ ਬਹੁਤ ਹੀ ਸਿੰਪਲ ਹੈ। ਇਸ ਪੁਆਇੰਟ ਵਿੱਚ ਕੀ ਹੈ, ਹੁਣ ਸਪੋਜ਼ ਕਰੋ ਮੈਂ ਵਾਂ, ਠੀਕ ਹੈ, ਮੇਰਾ ਟੈਕਸ ਬਣਦਾ ਸੀ 20,000 ਰੁਪਇਆ, ਮੈਂ ਨਹੀਂ ਜਮ੍ਹਾਂ ਕਰਾਇਆ। ਹੁਣ ਮੈਂ ਕੀ ਕੀਤਾ ਹੁੰਦਾ, ਮੈਂ ਕੋਈ ਮਿਸਟਰ ਏ ਹੈਗੇ ਆ, ਮੈਂ ਉਹਨਾਂ ਨੂੰ ਕੀ ਕੀਤਾ ਵਾ, ਪੈਸੇ ਦਿੱਤੇ ਹੋਏ ਆ ਉਧਾਰੇ, ਠੀਕ ਹੈ। ਅਤੇ ਗਵਰਨਮੈਂਟ ਨੂੰ ਪਤਾ ਹੈ ਕਿ ਮੈਂ ਜਿਹੜੇ ਹੈਗੇ ਆ ਮਿਸਟਰ ਏ ਕੋਲ ਪੈਸੇ ਲੈਣੇ ਹੈਗੇ ਆ, ਠੀਕ ਹੈ। ਸਪੋਜ਼ ਕਰੋ ਮੈਂ ਇਹਦੇ ਕੋਲ ਲੈਣਾ 50,000 ਰੁਪਇਆ, ਠੀਕ ਹੈ। ਮੈਂ ਸਰਕਾਰ ਨੂੰ ਕਿੰਨਾ ਦੇਣਾ, 20,000। ਸਰਕਾਰ ਕੀ ਕਰਦੀ ਹੈ, ਮੈਨੂੰ ਨਹੀਂ ਕੁਛ ਕਹੇਗੀ, ਸਿੱਧਾ ਮਿਸਟਰ ਏ ਕੋਲ ਜਾਏਗੀ, ਮਿਸਟਰ ਏ ਨੂੰ ਕੀ ਕਹੇਗੀ, ਉਹਨਾਂ ਨੂੰ ਕਹੇਗੀ ਕਿ ਸੁਣ ਬਈ ਇਹ ਜੋ ਵੀ ਮੈਂ ਹੈਗੀ ਹਾਂ, ਇਸ ਬੰਦੇ ਨੇ ਟੈਕਸ ਨਹੀਂ ਜਮ੍ਹਾਂ ਕਰਾਇਆ, ਤੂੰ ਕੀ ਕਰਨਾ ਵੈ, ਉਹਨੂੰ ਸਿੱਧਾ ਪੇਮੈਂਟ 50,000 ਰੁਪਇਆ ਦੇਣ ਨਹੀਂ ਜਾਣੀ, ਤੂੰ ਕੀ ਕਰਨਾ ਵੈ, ਉਹਦਾ 20,000 ਰੁਪਇਆ ਕੱਟ ਕੇ, ਯਾਨੀ ਕਿ 20,000 ਰੁਪਇਆ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾ, ਅਤੇ ਬਾਕੀ ਜੋ ਬਚਦਾ 30,000 ਰੁਪਇਆ ਵੈ ਉਹ ਮੈਨੂੰ ਆ ਕੇ ਦੇ ਕੇ ਜਾਵੇ, ਠੀਕ ਹੈ, ਠੀਕ ਹੈ। ਅਗਰ ਹੁਣ ਜਿਹੜਾ ਮਿਸਟਰ ਏ ਹੈ ਉਹ ਕਹਿੰਦਾ ਠੀਕ ਹੈ, ਮੰਨ ਜਾਂਦਾ ਵੈ, ਉਹ ਕੀ ਕਰਦਾ ਵੈ, 20,000 ਰੁਪਇਆ ਮੇਰੇ ਨਾਮ ਦਾ ਸਰਕਾਰ ਨੂੰ ਦੇ ਦਿੰਦਾ ਵੈ, ਟੈਕਸ ਜਮ੍ਹਾਂ ਕਰਾਤਾ, ਬਾਕੀ 30,000 ਰੁਪਇਆ ਮੈਨੂੰ ਦੇ ਦਿੰਦਾ ਵੈ। ਅਗਰ ਮਿਸਟਰ ਏ ਇਹ ਚੀਜ਼ ਨਹੀਂ ਕਰਦਾ, ਉਹ ਕਹਿੰਦਾ ਨਹੀਂ ਜੀ ਮੈਂ ਤਾਂ ਜਾ ਕੇ ਪੂਰਾ ਦਾ ਪੂਰਾ ਫੜਾ ਕੇ ਆਉਣਾ ਹੈ, ਇਸ ਕੇਸ ਵਿੱਚ ਮਿਸਟਰ ਏ ਨੂੰ ਵੀ ਦੋਸ਼ੀ ਮੰਨਿਆ ਜਾਏਗਾ ਅਤੇ ਉਹਦੇ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ, ਠੀਕ ਹੈ। ਇਹਦੇ ਵਿੱਚ ਕੀ ਹੈ, ਅਸੂਲਨ ਕੀ ਹੋਏਗਾ, ਜਿਹੜਾ ਮੇਰਾ ਡੈਟਰ ਹੋਏਗਾ ਜਿਹਦੇ ਕੋਲ ਮੈਂ ਪੈਸੇ ਲੈਣੇ ਹੈ, ਉਹ ਕੀ ਕਰੇਗਾ, ਮੇਰਾ ਜਿਹੜਾ 20,000 ਰੁਪਇਆ ਟੈਕਸ ਹੈਗਾ ਵੈ ਉਹ ਡਿਪਾਰਟਮੈਂਟ ਨੂੰ ਜਮ੍ਹਾਂ ਕਰਾ ਦੇਗਾ, ਅਤੇ ਬਾਕੀ ਜਿੰਨੀ ਰਕਮ ਬਚਦੀ ਹੈ 30,000 ਰੁਪਇਆ ਉਹ ਮੈਨੂੰ ਵਾਪਸ ਕਰ ਦੇਗਾ, ਠੀਕ ਹੈ ਜੀ। ਹੁਣ ਸੈਕਿੰਡ ਪੁਆਇੰਟ ਕੀ ਹੈ, ਅਸੈਸੀ ਦੇ ਦੇਣਦਾਰਾਂ ਤੋਂ ਵਸੂਲੀ, ਯਾਨੀ ਕਿ ਰਿਕਵਰੀ ਫਰੋਮ ਅਸੈਸੀਜ਼ ਡੈਟਰ। ਜੇ ਅਸੈਸੀ ਨੇ ਕਿਸੇ ਹੋਰ ਵਿਅਕਤੀ ਤੋਂ ਰੁਪਏ ਲੈਣੇ ਹੋਣ ਤਾਂ ਆਮਦਨ ਕਰ ਅਧਿਕਾਰੀ ਉਸ ਵਿਅਕਤੀ ਨੂੰ, ਯਾਨੀ ਕਿ ਦੇਣਦਾਰ ਨੂੰ, ਯਾਨੀ ਕਿ ਮਿਸਟਰ ਏ ਨੂੰ ਲਿਖਤੀ ਨੋਟਿਸ ਦੇ ਸਕਦਾ ਹੈ ਕਿ ਉਹ ਅਸੈਸੀ ਨੂੰ ਭੁਗਤਾਨ ਕਰਨ ਤੋਂ ਪਹਿਲਾਂ ਨੋਟਿਸ ਵਿੱਚ ਲਿਖੀ ਰਕਮ ਤੱਕ ਰਕਮ ਆਮਦਨ ਕਰ ਵਿਭਾਗ ਨੂੰ ਜਮ੍ਹਾਂ ਕਰਵਾਏ। ਯਾਨੀ ਕਿ 50,000 ਰੁਪਇਆ ਉਹਨੇ ਮੈਨੂੰ ਦੇਣਾ ਸੀ ਮਿਸਟਰ ਏ ਨੇ, ਅਤੇ ਲੇਕਿਨ ਟੈਕਸ ਕਿੰਨਾ ਬਣਦਾ ਸੀ ਮੇਰਾ 20,000 ਰੁਪਇਆ, 20,000 ਰੁਪਇਆ ਉਹ ਇਨਕਮ ਟੈਕਸ ਡਿਪਾਰਟਮੈਂਟ ਨੂੰ ਜਮ੍ਹਾਂ ਕਰਵਾਏ। ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰਕੇ ਜੇ ਫਿਰ ਵੀ ਕੁਛ ਰਕਮ ਬਾਕੀ ਹੁੰਦੀ ਹੈ ਤਾਂ ਉਹ ਬਾਕੀ ਰਕਮ ਦਾ ਭੁਗਤਾਨ ਅਸੈਸੀ ਨੂੰ ਕੀਤਾ ਜਾ ਸਕਦਾ ਹੈ। ਯਾਨੀ ਕਿ 50,000 ਹੈ, 50,000 ਵਿੱਚੋਂ 20,000 ਰੁਪਇਆ ਜਮ੍ਹਾਂ ਕਰਾਏਗਾ, ਉਹਦੀ ਰਸੀਦ ਲਏਗਾ, ਉਹਦੀ ਰਸੀਦ ਲੈ ਕੇ 30,000 ਰੁਪਇਆ ਅਤੇ ਰਸੀਦ ਮੇਰੇ ਹੱਥ ਵਿੱਚ ਦੇ ਦੇਗਾ। ਇਸ ਤਰ੍ਹਾਂ ਦਾ ਨੋਟਿਸ ਆਮ ਤੌਰ 'ਤੇ ਪੋਸਟ ਆਫਿਸ, ਬੈਂਕ ਅਤੇ ਬੀਮਾ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ। ਜਿਸ ਨੂੰ ਵੀ ਆਮਦਨ ਕਰ ਤੋਂ ਨੋਟਿਸ ਪ੍ਰਾਪਤ ਹੁੰਦਾ ਹੈ ਉਸ ਨੂੰ ਇਸ ਦੀ ਪਾਲਣਾ ਕਰਨੀ ਪੈਂਦੀ ਹੈ। ਅਗਰ ਉਹ ਪਾਲਣਾ ਨਹੀਂ ਕਰਦੇ ਤਾਂ ਉਹਨਾਂ ਨੂੰ ਵੀ ਆਪਾਂ ਅਸੈਸੀ ਇਨ ਡਿਫੋਲਟ ਮੰਨਾਂਗੇ, ਆਪਾਂ ਕਹਾਂਗੇ ਕਿ ਉਹਨਾਂ ਨੇ ਡਿਪਾਰਟਮੈਂਟ ਦਾ ਕਹਿਣਾ ਨਹੀਂ ਮੰਨਿਆ, ਉਹਨਾਂ 'ਤੇ ਵੀ ਇੰਟਰਸਟ ਪੈਨਲਟੀ ਲੱਗੇਗੀ ਅਤੇ ਨਾਲ ਦੇ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ, ਠੀਕ ਹੈ ਬੇਟਾ। ਇਸ ਤੋਂ ਬਾਅਦ ਸਾਡਾ ਤੀਸਰਾ ਪੁਆਇੰਟ ਆਉਂਦਾ ਵਾ ਅਦਾਲਤ ਵਿੱਚ ਜਮ੍ਹਾਂ ਕਰਵਾਈ ਰਕਮ ਵਿੱਚੋਂ ਭੁਗਤਾਨ। ਹੁਣ ਕਈ ਵਾਰ ਕੀ ਹੁੰਦਾ, ਜਿਵੇਂ ਕੇਸ ਵਗੈਰਾ ਚੱਲ ਰਿਹਾ ਹੁੰਦਾ ਕੋਈ, ਅਤੇ ਆਪਾਂ ਕੀ ਕਰਦੇ ਹਾਂ, ਆਪਾਂ ਡਿਪੋਜ਼ਿਟ ਆਪਾਂ ਪੈਸੇ ਜਮ੍ਹਾਂ ਕਰਾਏ ਹੁੰਦੇ ਆ ਕੋਰਟ ਵਿੱਚ। ਅਗਰ ਉਹ ਹੋ ਗਿਆ ਆਪਾਂ ਕੋਰਟ ਨੂੰ ਵੀ ਨੋਟਿਸ ਦੇ ਸਕਦੇ ਹਾਂ ਕਿ ਤੁਸੀਂ ਇਸ ਬੰਦੇ ਦੇ ਪੈਸੇ ਹੈਗੇ ਆ, ਤੁਸੀਂ ਉਸ ਬੰਦੇ ਨੂੰ ਵਾਪਸ ਨਾ ਕਰਨਾ, ਤੁਸੀਂ ਸਿੱਧਾ ਡਾਇਰੈਕਟਲੀ ਡਿਪਾਰਟਮੈਂਟ ਨੂੰ ਜਮ੍ਹਾਂ ਕਰਵਾ ਦਿਓ। ਜੇ ਕਿਸੇ ਅਸੈਸੀ ਨੇ ਅਦਾਲਤ ਵਿੱਚ ਕੁਛ ਰਕਮ ਜਮ੍ਹਾਂ ਕਰਵਾਈ ਹੋਵੇ ਤਾਂ ਧਾਰਾ 226 ਦੇ ਅਨੁਸਾਰ ਕਰ ਵਸੂਲੀ ਨਿਰਧਾਰਨ ਅਧਿਕਾਰੀ ਅਦਾਲਤ ਨੂੰ ਬੇਨਤੀ ਕਰ ਸਕਦਾ ਹੈ ਕਿ ਉਸ ਰਕਮ ਵਿੱਚੋਂ ਆਮਦਨ ਕਰ ਵਿਭਾਗ ਨੂੰ ਦੇਣਯੋਗ ਰਕਮ ਦਾ ਭੁਗਤਾਨ ਕਰ ਦੇਵੇ। ਯਾਨੀ ਕਿ ਉਹ ਕੋਰਟ ਨੂੰ ਕੀ ਕਰੇਗਾ, ਰਿਕੁਐਸਟ ਕਰੇਗਾ ਕਿ ਤੁਸੀਂ ਅਸੈਸੀ ਨੂੰ ਪੇਮੈਂਟ ਨਾ ਕਰੋ, ਤੁਸੀਂ ਇਨਕਮ ਟੈਕਸ ਡਿਪਾਰਟਮੈਂਟ ਦੀ ਜਿੰਨੀ ਵੀ ਪੇਮੈਂਟ ਬਣਦੀ ਹੈ ਤੁਸੀਂ ਉਹਨਾਂ ਦੀ ਪੇਮੈਂਟ ਵਾਪਸ ਕਰ ਦੇਵੋ। ਚੌਥਾ ਪੁਆਇੰਟ ਹੈ ਅਸੈਸੀ ਦੀ ਅਚਲ ਸੰਪੱਤੀ ਦੀ ਨਿਲਾਮੀ, ਯਾਨੀ ਕਿ ਉਹਨਾਂ ਦੇ ਜਿਹੜੇ ਫਿਕਸਡ ਐਸਟਸ ਹੁੰਦੇ ਹੈ, ਠੀਕ ਹੈ, ਜਿਵੇਂ ਕਿ ਜ਼ਮੀਨ ਹੋ ਗਈ, ਲੈਂਡ, ਬਿਲਡਿੰਗ, ਉਹਨੂੰ ਵੇਚ ਕੇ ਜੋ ਵੀ ਪੈਸਾ ਬਣਦਾ ਵੈ
ਇਨਕਮ ਟੈਕਸ ਡਿਪਾਰਟਮੈਂਟ ਕੀ ਕਰਦਾ ਵੈ, ਆਪਣਾ ਪੈਸਾ ਵਾਪਿਸ ਕਰ ਲੈਂਦਾ ਵੈ ਅਤੇ ਬਾਕੀ ਜੋ ਬਚਦਾ ਪੈਸਾ ਹੋਏਗਾ ਅਸੈਸੀ ਨੂੰ ਦੇ ਦੇਗਾ। ਧਾਰਾ 226 ਅਨੁਸਾਰ ਪ੍ਰਮੁੱਖ ਕਮਿਸ਼ਨਰ ਜਾਂ ਅਧਿਕਾਰ ਪ੍ਰਾਪਤ ਅਧਿਕਾਰੀ ਅਸੈਸੀ ਦੀ ਅਚਲ ਸੰਪੱਤੀ ਨੂੰ ਨਿਲਾਮ ਕਰਕੇ ਕਰ ਦੀ ਵਸੂਲੀ ਕਰ ਸਕਦਾ ਹੈ। 5th ਪੁਆਇੰਟ ਹੈ ਰਾਜ ਸਰਕਾਰ ਦੁਆਰਾ ਵਸੂਲੀ ਧਾਰਾ। ਅੱਗੇ ਕੀ ਹੁੰਦਾ ਵੈ ਕਿ ਅਗਰ ਆਪਾਂ ਪਾਵਰ ਦੇ ਦਿੰਦੇ ਹਾਂ ਸਟੇਟ ਗਵਰਨਮੈਂਟ ਨੂੰ ਕਿ ਤੁਸੀਂ ਰਿਕਵਰ ਕਰਕੇ ਦੇ ਦਿਓ ਜੀ ਸਾਨੂੰ ਪੈਸਾ, ਇਸ ਕੇਸ ਵਿੱਚ ਕੌਣ ਰਿਕਵਰੀ ਲਏਗਾ? ਸਟੇਟ ਗਵਰਨਮੈਂਟ। ਜੇ ਕਿਸੇ ਖੇਤਰ ਵਿੱਚ ਕਰ ਵਸੂਲੀ ਦਾ ਅਧਿਕਾਰ ਰਾਜ ਸਰਕਾਰ ਨੂੰ ਪ੍ਰਾਪਤ ਹੋਵੇ ਤਾਂ ਰਾਜ ਸਰਕਾਰ ਇਸ ਕਰ ਦੀ ਰਕਮ ਨੂੰ ਹੋਰ ਕਰਾਂ ਦੇ ਨਾਲ ਵਸੂਲ ਕਰ ਸਕਦੀ ਹੈ। ਯਾਨੀ ਕਿ ਸਟੇਟ ਗਵਰਨਮੈਂਟ ਕੋ ਪਾਵਰ ਹੋਏਗੀ ਅਤੇ ਸਟੇਟ ਗਵਰਨਮੈਂਟ ਕੀ ਕਰੇਗੀ? ਅਸੈਸੀ ਕੋ ਟੈਕਸ ਦੀ ਰਕਮ ਲੈ ਸਕਦੀ ਹੈ। 6ਵਾਂ ਪੁਆਇੰਟ ਹੈ ਵਿਦੇਸ਼ੀ ਸਮਝੌਤਿਆਂ ਤਹਿਤ ਕਰ ਦੀ ਵਸੂਲੀ। ਹੁਣ ਸਪੋਜ਼ ਕਰੋ ਹੁੰਦਾ ਕੀ ਹੈ, ਮੈਂ ਹੀ ਹਾਂ, ਮੇਰੀ ਇੱਕ ਪ੍ਰੋਪਰਟੀ ਇੰਡੀਆ ਵਿੱਚ ਹੈਗੀ ਆ, ਕੁਝ ਪ੍ਰੋਪਰਟੀ ਮੇਰੀ ਅਮੈਰੀਕਾ ਵਿੱਚ ਹੈਗੀ ਆ। ਮੋਸਟਲੀ ਹੁੰਦਾ ਕੀ ਹੈ ਕਿ ਇਹਨਾਂ ਵਿੱਚ ਕੋਈ ਸਮਝੌਤਾ ਹੋਇਆ ਹੁੰਦਾ ਵਾ ਟੈਕਸ ਦਾ, ਠੀਕ ਹੈ। ਡਿਪਾਰਟਮੈਂਟ ਕੀ ਕਰਦਾ ਵੈ, ਹੁਣ ਮੈਨੂੰ ਕੋਈ ਇਨਕਮ ਹੋ ਰਹੀ ਹੈ, ਮੈਂ ਅਮੈਰੀਕਾ ਵੀ ਇਨਕਮ ਟੈਕਸ ਭਰ ਰਹੀ ਹਾਂ ਅਤੇ ਮੈਂ ਇੰਡੀਆ 'ਚ ਵੀ ਇਨਕਮ ਟੈਕਸ ਭਰ ਰਹੀ ਹਾਂ, ਠੀਕ ਹੈ। ਮੇਰੇ ਕੋਲ ਕੋਈ ਇੱਦਾਂ ਦੀ ਪ੍ਰੋਪਰਟੀ ਹੈਗੀ ਹੈ ਜਿਹਦੀ ਇਨਕਮ ਹੋ ਰਹੀ ਹੈ ਮੈਨੂੰ ਇੰਡੀਆ ਵਿੱਚ ਅਤੇ ਮੈਨੂੰ ਜਾ ਕੇ ਅਮੈਰੀਕਾ ਵਿੱਚ ਵੀ ਮੈਨੂੰ ਆਮਦਨ ਹੋ ਰਹੀ ਹੈ ਅਤੇ ਮੈਂ ਟੈਕਸ ਅਮੈਰੀਕਾ ਭਰਨ ਜਾ ਰਹੀ ਹਾਂ। ਡਿਪਾਰਟਮੈਂਟ ਕੀ ਕਰੇਗਾ? ਡਿਪਾਰਟਮੈਂਟ ਕਰੇਗਾ ਉਹ ਅਮੈਰੀਕਾ ਵਾਲੇ ਕੀ ਕਹਿੰਦੇ ਹੈ ਜੋ ਡਿਪਾਰਟਮੈਂਟ ਆ ਉਹਨਾਂ ਨੂੰ ਕਹੇਗਾ ਕਿ ਇਸ ਬੰਦੇ ਦੀ ਜੋ ਵੀ ਪੇਮੈਂਟ ਹੈਗੀ ਹੈ ਜਾਂ ਉੱਥੇ ਮੈਨੂੰ ਕੋਈ ਵੀ ਇਨਕਮ ਹੋ ਰਹੀ ਹੈ ਜੋ ਮੇਰੇ ਕੋਲ ਆਉਣੀ ਹੈ, ਮੈਨੂੰ ਦੇਣ ਦੀ ਬਜਾਏ ਡਿਪਾਰਟਮੈਂਟ ਉਹਨਾਂ ਨੂੰ ਰਿਕੁਐਸਟ ਕਰੇਗਾ ਕਿ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਇੰਡੀਆ ਦਾ ਉਹਦੀ ਪੇਮੈਂਟ ਕਰ ਦੇ, ਬਾਕੀ ਜੋ ਵੀ ਪੇਮੈਂਟ ਹੋਏਗੀ ਉਹ ਕੀ ਕਹਿੰਦੇ ਬਾਕੀ ਮੈਨੂੰ ਕੀਤੀ ਜਾਏਗੀ। ਸੇਮ ਉਹੀ ਤਰੀਕਾ ਵਾ ਕਿ ਜਿਹੜੇ ਅਗਰ ਫੋਰਨ ਕੰਟਰੀਜ਼ ਵਿੱਚ ਵੀ ਸਾਡਾ ਕੋਈ ਲਿੰਕ ਹੈਗਾ ਵੈ, ਉਹ ਫੋਰਨ ਕੰਟਰੀ ਦੇ ਮੈਂਬਰਸ ਨੂੰ ਕੀ ਕਰਨਗੇ? ਰਿਕੁਐਸਟ ਕਰਨਗੇ ਕਿ ਅਸੈਸੀ ਨੂੰ ਕੋਈ ਵੀ ਪੇਮੈਂਟ ਨਾ ਕਰੋ, ਬਲਕਿ ਉਹਨਾਂ ਨੂੰ ਪੇਮੈਂਟ ਕਰ ਦਿਓ, ਬਾਕੀ ਜੋ ਰਹਿੰਦੀ ਖੁੰਦੀ ਪੇਮੈਂਟ ਹੋਏਗੀ ਉਹ ਤੁਸੀਂ ਅਸੈਸੀ ਨੂੰ ਕਰ ਦੇਵੋ, ਠੀਕ ਹੈ ਜੀ। ਹੁਣ ਇਹਦੇ 'ਚ ਕੀ ਹੈ, ਜੇਕਰ ਕੇਂਦਰ ਸਰਕਾਰ ਨੇ ਕਿਸੇ ਹੋਰ ਦੇਸ਼ ਨਾਲ ਕਰ ਦੀ ਵਸੂਲੀ ਸੰਬੰਧੀ ਕਰਾਰ ਕੀਤਾ ਹੈ ਤਾਂ ਵਿਦੇਸ਼ੀ ਆਮਦਨ ਅਤੇ ਕਰ ਵਸੂਲੀ ਲਈ ਅਜਿਹੇ ਅਸੈਸੀ ਵਿਰੁੱਧ ਜਿਸ ਦੀ ਭਾਰਤ ਵਿੱਚ ਸੰਪੱਤੀ ਹੈ, ਕੇਂਦਰ ਸਰਕਾਰ ਆਮਦਨ ਕਰ ਵਿਭਾਗ ਨੂੰ ਕਰ ਵਸੂਲੀ ਲਈ ਇੱਕ ਪ੍ਰਮਾਣ ਪੱਤਰ ਭੇਜਦੀ ਹੈ। ਉਹ ਕੀ ਕਰੇਗੀ? ਫੋਰਨ ਕੰਪਨੀ ਦੇ ਜਿਹੜੇ ਵੀ ਮੈਂਬਰਸ ਹੋਣਗੇ ਉਹਨਾਂ ਨੂੰ ਇੱਕ ਲੈਟਰ ਭੇਜ ਦੇਗੀ ਜੀ ਕਿ ਇਸ ਬੰਦੇ ਦਾ ਟੈਕਸ ਬਣਦਾ ਵੈ, ਮੈਨੂੰ ਕੀ ਕਰੋ ਉਹ ਟੈਕਸ ਜਿਹੜਾ ਹੈਗਾ ਵੈ ਉਹ ਜਮ੍ਹਾਂ ਕਰਾ ਦਿਓ, ਠੀਕ ਹੈ। ਵਿਭਾਗ ਉਸ ਪ੍ਰਮਾਣ ਪੱਤਰ ਨੂੰ ਉਸ ਸਥਾਨ ਜਿੱਥੇ ਵਿਅਕਤੀ ਦੀ ਸੰਪੱਤੀ ਹੈ ਨਾਲ ਸੰਬੰਧਿਤ ਕਰ ਵਸੂਲੀ ਅਧਿਕਾਰੀ ਨੂੰ ਕਾਰਵਾਈ ਲਈ ਭੇਜ ਦਿੰਦਾ ਹੈ। ਕਰ ਵਸੂਲੀ ਅਧਿਕਾਰੀ ਰਕਮ ਵਸੂਲ ਕਰਕੇ ਉਸ ਵਿੱਚ ਵਸੂਲੀ ਹੋਈ ਖਰਚੇ ਨੂੰ ਘਟਾ ਕੇ ਬਾਕੀ ਰਕਮ ਵਿਭਾਗ ਨੂੰ ਜਮ੍ਹਾਂ ਕਰਵਾ ਦਿੰਦਾ ਹੈ। ਇਸ ਤਰ੍ਹਾਂ ਇਸ ਦੇਸ਼ ਵਿੱਚ ਅਦਾਇਗੀਯੋਗ ਕਰ ਦੀ ਵਿਦੇਸ਼ੀ ਵਿਅਕਤੀ ਤੋਂ ਵਸੂਲੀ ਕੀਤੀ ਜਾਂਦੀ ਹੈ। ਅਗਲਾ ਪੁਆਇੰਟ ਹੈ ਕਰ ਦੀ ਵਸੂਲੀ ਤੋਂ ਪ੍ਰਾਪਤ ਰਕਮ ਨਾ ਜਮ੍ਹਾਂ ਕਰਾਉਣਾ। ਹੁਣ ਕੀ ਹੁੰਦਾ ਵਾ, ਹੁਣ ਇਹ ਜਿਹੜੇ ਲੋਕੀ ਹੈਗੇ ਆ, ਇਹ ਲੋਕ ਕੀ ਕਰਦੇ ਆ, ਅਗਰ ਸਪੋਜ਼ ਕਰੋ ਟੈਕਸ 'ਤੇ ਰੱਖ ਲਿਆ, ਜਮ੍ਹਾਂ ਆਪਣੇ ਕੋਲ ਕੱਟ ਕੇ ਰੱਖ ਲਿਆ, ਲੇਕਿਨ ਸਰਕਾਰ ਨੂੰ ਜਮ੍ਹਾਂ ਨਹੀਂ ਕਰਾਉਂਦੇ, ਫਿਰ ਕੀ ਹੁੰਦਾ ਵਾ, ਜੇ ਕੋਈ ਵਿਅਕਤੀ ਕਰ ਦੀ ਵਸੂਲੀ ਕਿਸੇ ਜ਼ਿੰਮੇਵਾਰ ਹੁੰਦਾ ਹੈ ਪਰ ਉਹ ਕਰ ਦੀ ਵਸੂਲੀ ਨਹੀਂ ਕਰਦਾ ਜਾਂ ਵਸੂਲੀ ਕਰਕੇ ਰਕਮ ਜਮ੍ਹਾਂ ਨਹੀਂ ਕਰਵਾਉਂਦਾ, ਠੀਕ ਹੈ। ਹੁਣ ਸਪੋਜ਼ ਕਰੋ ਜਿਵੇਂ ਮੈਂ ਸੀ, ਠੀਕ ਹੈ, ਮੇਰਾ ਟੈਕਸ ਬਣਦਾ ਸੀ 20,000 ਰੁਪਇਆ। ਮਿਸਟਰ ਏ ਮੇਰਾ ਜਿਹੜਾ ਡੈਟਰ ਸੀ ਉਹਨੇ ਕੀ ਕੀਤਾ, ਜਿਹਦੇ ਕੋਲ ਮੈਂ 50,000 ਰੁਪਇਆ ਲੈਣਾ ਸੀ, ਉਹਨੇ 20,000 ਰੁਪਇਆ ਮੇਰਾ ਕੱਟ ਦੇ ਦਿੱਤਾ। ਉਹਨੇ ਕੱਟ ਕੇ ਆਪਣੇ ਕੋਲ ਰੱਖ ਲਿਆ, ਜਾਂ ਤਾਂ ਉਹਨੇ ਕੱਟਿਆ ਹੀ ਨਹੀਂ, ਪੂਰਾ 50,000 ਮੈਨੂੰ ਦੇ ਦਿੱਤਾ, ਜਾਂ ਕੱਟ ਕੇ ਪੈਸੇ ਆਪਣੇ ਕੋਲ ਰੱਖ ਲਏ, ਸਰਕਾਰ ਨੂੰ ਜਮ੍ਹਾਂ ਹੀ ਨਹੀਂ ਕਰਵਾਏ। ਤਾਂ ਕੀ ਹੋਏਗਾ? ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸਨੂੰ ਨਿੱਜੀ ਤੌਰ 'ਤੇ ਆਪਣੇ ਕੋਲ ਕਰ ਦੀ ਰਕਮ ਦਾ ਭੁਗਤਾਨ ਕਰਨਾ ਪੈਂਦਾ ਹੈ। ਜੇਕਰ ਭੁਗਤਾਨ ਵਿੱਚ ਦੇਰੀ ਹੁੰਦੀ ਹੈ ਤਾਂ ਦੇਰੀ ਦੇ ਸਮੇਂ ਲਈ 1% ਪ੍ਰਤੀ ਮਹੀਨੇ ਦੀ ਦਰ ਨਾਲ ਵਿਆਜ ਦੇਣਾ ਪਵੇਗਾ, ਠੀਕ ਹੈ। ਉਹਦੇ ਨਾਲ ਕੀ ਹੁੰਦਾ, ਅਗਰ ਸਪੋਜ਼ ਕਰੋ ਜਾਂ ਤਾਂ ਉਹ ਪੇਮੈਂਟ ਹੀ ਨਹੀਂ ਕਰਦਾ ਜਾਂ ਪੇਮੈਂਟ ਕਰਦਾ ਵਾ ਅਤੇ ਲੇਟ ਕਰਦਾ ਵਾ ਅਤੇ ਉਹਨੂੰ ਜਿੰਨੀ ਰਕਮ ਜਮ੍ਹਾਂ ਕਰਾਉਣੀ ਪਏਗੀ ਕਿਹਦੇ ਨਾਲ ਕਰਵਾਉਣੀ ਪਏਗੀ? ਵਿਆਜ ਸਮੇਤ। ਕਿੰਨਾ ਵਿਆਜ ਲੱਗੇਗਾ? 1% ਪਰ ਮੰਥ ਦੇ ਹਿਸਾਬ ਨਾਲ, ਠੀਕ ਹੈ ਬੇਟਾ। ਇਹ ਸੀ ਸਾਡਾ ਚੈਪਟਰ, ਠੀਕ ਹੈ। ਇਹ ਚੈਪਟਰ ਬਹੁਤ ਹੀ ਈਜ਼ੀ ਹੈ, ਇਹਨੂੰ ਧਿਆਨ ਨਾਲ ਕਰਨਾ। ਥੈਂਕ ਯੂ।